अस्सलाम वालेकुम। इनसाइड स्टोरी ਦੇ ਨਾਲ ਮੈਂ ਮੋਹਸਨ ਬਿਲਾਲ। ਮੈਂ ਕੁਝ ਕਰਨੀਆਂ ਨੇ ਸੱਚੀਆਂ, ਖੜੀਆਂ ਤੇ ਸਿੱਧੀਆਂ-ਸਿੱਧੀਆਂ ਗੱਲਾਂ ਤੇ ਇਸ ਲਈ ਇਹ ਮੈਂ ਆਪਣਾ ਵੀਲਾਗ ਕਰਨਾ ਜ਼ਰੂਰੀ ਸਮਝਿਆ ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੇ ਵਿੱਚ, ਕਿਉਂਕਿ 27ਵੀਂ ਆਈਨੀ ਤਰਮੀਮ ਦਾ ਜਿਹੜਾ ਕੱਟਾ ਖੁੱਲ੍ਹਿਆ ਹੋਇਆ ਨਾ, ਇਹਦੇ ਵਿੱਚ ਬਰੀਕ ਵਾਰਦਾਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਵੇਂ ਹੀ ਇੱਧਰੋਂ ਉੱਧਰੋਂ ਸਾਰੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਦੇ ਹਵਾਲੇ ਨਾਲ ਗੱਲਾਂ ਕਰ ਰਹੇ ਨੇ, ਉਹਨਾਂ ਦੀ ਤਾਹਯਾਤ ਤਾਇਨਾਤੀ ਐਕਸਟੈਂਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ, ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ। ਲੇਕਿਨ ਜਨਾਬ ਇਹ 27ਵੀਂ ਆਈਨੀ ਤਰਮੀਮ ਦੇ ਵਿੱਚ ਜਿਹੜੀ ਬਰੀਕ ਵਾਰਦਾਤ ਹੈ ਉਹ ਤੇ ਕੁਝ ਹੋਰ ਹੀ ਦੱਸਦੀ ਪਈ ਹੈ। ਉਹ ਕੀ ਬਰੀਕ ਵਾਰਦਾਤ ਹੈ ਉਹ ਮੈਂ ਦੱਸਾਂਗਾ। ਇਸ ਤੋਂ ਇਲਾਵਾ ਸਾਨੇ ਮਰੀਦ ਕੇ ਕਿਰੇ ਕਿਰੇ ਗਲੇ ਦੀ ਹੱਡੀ ਬਣੇਗਾ, ਉਹ ਵੀ ਮੈਂ ਗੱਲਾਂ ਅੱਜ ਕਰਨੀਆਂ ਨੇ ਦਿਲ ਦੀਆਂ, ਤੇ ਤੁਸੀਂ ਮੇਰੇ ਨਾਲ ਰਹੋ। ਤੇ ਮੈਂ ਆਪਣੀ ਗੱਲ ਸ਼ੁਰੂ ਕਰਨਾ ਵਾ ਖਲੀਫਾ ਦੋਮ ਹਜ਼ਰਤ ਉਮਰ ਬਿਨ ਖਿਤਾਬ ਰਜ਼ੀ ਅੱਲਾਹ ਤਾਲਾ ਅਨਹੂ ਦੇ ਹਵਾਲੇ ਨਾਲ। ਜਦੋਂ ਖਾਲਦ ਬਿਨ ਵਲੀਦ ਰਜ਼ੀ ਅੱਲਾਹ ਤਾਲਾ ਅਨਹੂ ਜਿਹੜੇ ਅਜ਼ੀਮ ਸਿਪਾਹ ਸਲਾਰ ਹੋਏ ਨੇ ਇਸਲਾਮੀ ਤਾਰੀਖ ਦੇ ਵਿੱਚ, ਉਹਨਾਂ ਨੂੰ ਦੁਰਾਨੇ ਮਹਾਜ਼ ਉਹਨਾਂ ਨੇ ਮਜ਼ੂਲ ਕੀਤਾ ਤੇ ਉਸ ਵੇਲੇ ਹਜ਼ਰਤ ਖਾਲਦ ਬਿਨ ਵਲੀਦ ਰਜ਼ੀ ਅੱਲਾਹ ਤਾਲਾ ਅਨਹੂ ਸ਼ਾਮ ਦੇ ਮਹਾਜ਼ ਉੱਤੇ ਰੂਮੀਆਂ ਦੇ ਖਿਲਾਫ ਫਤੂਹਾਤ ਕਰਦੇ ਚਲੇ ਜਾ ਰਹੇ ਸਨ। ਤੇ ਜਦੋਂ ਦੁਰਾਨੇ ਮਹਾਜ਼ ਉਹਨਾਂ ਨੂੰ ਖਲੀਫਾ ਦੋਮ ਹਜ਼ਰਤ ਉਮਰ ਬਿਨ ਖਤਾਬ ਰਜ਼ੀ ਅੱਲਾਹ ਤਾਲਾ ਅਨਹੂ ਦਾ ਇਹ ਹੁਕਮ ਮਿਲਿਆ ਤੇ ਉਹਨਾਂ ਨੇ ਕੋਈ ਸ਼ਿਕਵਾ ਨਹੀਂ ਕੀਤਾ, ਕੋਈ ਗਿਲਾ ਨਹੀਂ ਕੀਤਾ, ਤੇ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹਜ਼ਰਤ ਅਬੂ ਅਬੈਦਾ ਰਜ਼ੀ ਅੱਲਾਹ ਤਾਲਾ ਅਨਹੂ ਦੇ ਅੱਗੇ ਕਿ ਹੁਣ ਤੁਸੀਂ ਮੇਰੇ ਸਿਪਾਹ ਸਲਾਰ ਹੋ, ਕਿਉਂਕਿ ਖਲੀਫਾ ਦੋਮ ਦਾ ਹੁਕਮ ਆ ਚੁੱਕਿਆ ਹੈ। ਤੇ ਜਦੋਂ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਨੂੰ ਇਸ ਹਵਾਲੇ ਨਾਲ ਪੁੱਛਿਆ ਗਿਆ ਤੇ ਉਮਰ ਬਿਨ ਖਤਾਬ ਰਜ਼ੀ ਅੱਲਾਹ ਤਾਲਾ ਅਨਹੂ ਨੇ ਫਰਮਾਇਆ ਕਿ ਖਾਲਦ ਨੂੰ ਮੈਂ ਮਜ਼ੂਲ ਇਸ ਵਾਸਤੇ ਕੀਤਾ ਹੈ ਕਿ ਫਤੂਹਾਤ ਦਾ ਸਬਬ ਸ਼ਖਸੀਆਤ ਨਹੀਂ ਬਲਕਿ ਅੱਲਾਹ ਤਾਲਾ ਦੀ ਮਦਦ ਹੁੰਦੀ ਹੈ। ਕੀ ਸੀ ਕਿ ਫਤੂਹਾਤ ਦਾ ਸਬਬ ਸ਼ਖਸੀਆਤ ਨਹੀਂ ਬਲਕਿ ਅੱਲਾਹ ਤਾਲਾ ਦੀ ਮਦਦ ਹੁੰਦੀ ਹੈ। ਤੇ ਜੇ ਤੁਸੀਂ ਕੁਰਾਨ ਪਾਕ ਦੀ ਜਿਹੜੀ ਸੂਰਾ ਅਨਫਾਲ ਹੈ ਉਹਨਾਂ ਦੀਆਂ ਇਬਤਦਾਈ ਆਇਤਾਂ ਨੂੰ ਵੇਖੋ, ਉਹਨਾਂ ਦਾ ਉਰਦੂ ਦਾ ਤਰਜਮਾ ਨਾਲ ਪੜੋ, ਰੋਜ਼ੇ ਰੋਸ਼ਨ ਦੀ ਤਰ੍ਹਾਂ ਆਇਆ ਹੋਈਏਗਾ ਕਿ ਅੱਲਾਹ ਤਾਲਾ ਦੀ ਮਦਦ ਕੀ ਹੁੰਦੀ ਹੈ ਤੇ ਅੱਲਾਹ ਤਾਲਾ ਜਦੋਂ ਨੁਸਰਤ ਦੇਣ ਲੱਗਦਾ ਹੈ ਤੇ ਕਿਸ ਤਰ੍ਹਾਂ ਗੈਬੀ ਮਦਦ ਭੇਜਦਾ ਹੈ, ਫਰਿਸ਼ਤੇ ਕਿਸ ਤਰ੍ਹਾਂ ਮਦਦ ਕਰਦੇ ਨੇ, ਇਹ ਤੁਸੀਂ ਪੜੋਗੇ ਤੇ ਤੁਹਾਨੂੰ ਚਾਨਣ ਹੋ ਜਾਏਗਾ। ਹੁਣ ਇਹ ਮੈਂ ਵਾਕਿਆ ਕਿਉਂ ਸੁਣਾਇਆ ਹੈ? ਵਾਕਿਆ ਇਸ ਵਜ੍ਹਾ ਨਾਲ ਸੁਣਾਇਆ ਹੈ ਕਿ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਦੇ ਤਨਾਜ਼ੁਰ ਦੇ ਵਿੱਚ ਇਹ ਹੁਣ ਜਿਹੜੇ ਉਹ ਇੱਕ ਖਾਸ ਜਮਾਤ ਦੇ ਮਖਸੂਸ ਵਾਇਰਸ ਨੇ ਨਾ, ਉਹ ਪ੍ਰੋਪੋਗੰਡਾ ਤੇ ਕਰਨਗੇ ਔਰ ਨਾਲ ਇਹ ਵੀ ਕਰਨਗੇ ਜੀ ਕਿ ਦੇਖੋ ਇਹ ਮਿਸਾਲ ਮਿਲਦੀ ਹੈ ਦੂਸਰੇ ਖਲੀਫਾ ਦੀ, ਤੇ ਹੁਣ ਇੱਥੇ ਇਹ ਵੇਖੋ ਜੀ ਕਿ ਸ਼ਖਸੀਆਤ ਨੂੰ ਨਵਾਜ਼ਿਆ ਜਾ ਰਿਹਾ ਹੈ। ਤੇ ਇਹ ਤੇ ਅਦਾਰਿਆਂ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੈ ਭਾਈ ਜਾਨ, ਉਦੋਂ ਖਿਲਾਫਤ ਸੀ, ਠੀਕ ਹੈ। ਔਰ ਕਿਹੜੀਆਂ ਹਸਤੀਆਂ ਨੂੰ ਕਿਹੜੇ ਦੌਰ ਨਾਲ ਤੁਸੀਂ ਮਿਲਾਉਂਦੇ ਹੋ, ਕੋਈ ਗੱਲ ਕਰਨ ਲੱਗਿਆ ਜਿਹੜਾ ਨਾ ਕੁਛ ਇਹ ਸੋਚ ਲਿਆ ਕਰੋ ਕਿ ਗੱਲ ਕਿੱਥੇ ਦੀ ਕਿਸ ਤਰ੍ਹਾਂ ਮਿਲਾਣੀ ਹੈ, ਉਸ ਦੌਰ ਦੇ ਹਾਲਾਤ ਔਰ ਚੀਜ਼ਾਂ, ਨੁਸਰਤ, ਅੱਲਾਹ ਤਾਲਾ ਦੀ ਮਦਦ। ਤੇ ਇਸ ਵਕਤ ਹੈ ਜਿਹੜੀ 27ਵੀਂ ਆਈਨੀ ਤਰਮੀਮ, ਇਹ ਤੁਹਾਨੂੰ ਗੱਲਾਂ ਸੁਣਨ ਨੂੰ ਮਿਲਣਗੀਆਂ। ਜਿਹੜੀ ਮੈਂ ਬਰੀਕ ਵਾਰਦਾਤ ਦਾ ਜ਼ਿਕਰ ਕਰਨ ਲੱਗਾ ਨਾ, ਉਸ ਬਰੀਕ ਵਾਰਦਾਤ ਤੋਂ ਆਉਣ ਤੋਂ ਪਹਿਲੇ ਇੱਕ ਬੜੇ ਪੀਟੀਆਈ ਦੇ ਅਹਿਮ ਰੁਕਨ ਨੇ ਸਲਮਾਨ ਸ਼ਾਹ ਰਾਸ਼ਦੀ। ਇਹ ਪੀਟੀਆਈ ਦੀ ਜਦੋਂ ਹੁਕੂਮਤ ਬਣੀ ਸੀ ਨਾ, ਇਹ ਸਭ ਕੁਝ ਬਾਹਰ ਛੱਡ ਕੇ ਆ ਗਏ ਸਨ ਕਿ 3 ਨੌਕਰੀਆਂ ਮਿਲਣ ਲੱਗੀਆਂ ਨੇ। ਬਾਅਦ 'ਚ ਹੋਇਆ ਕੀ, ਜਦੋਂ ਇਹਨਾਂ ਨੇ ਵੇਖਿਆ ਇਹ ਤਾਂ ਕੋਲੋਫੇਸ 'ਚ ਤਜ਼ਾਦ ਹੈ, ਇੱਥੇ ਤੇ ਕੁਝ ਵੀ ਨਹੀਂ, ਇਹ ਗੱਲਾਂ ਕੁਝ ਹੋਰ ਨੇ, ਅਮਲੀ ਤੌਰ ਤੇ ਕੁਝ ਹੋਰ ਨੇ। ਤੇ ਉਹਨਾਂ ਨੇ ਹੁਣ ਇਹ ਕਿਹਾ ਹੈ, ਸਟੇਟਸ ਲਾਇਆ ਹੈ ਕਿ ਇਮਰਾਨ ਖਾਨ ਦਾ ਵੀ ਜਿਹੜਾ ਅੰਜਾਮ ਹੈ ਨਾ ਉਹ ਅਲਤਾਫ ਭਾਈ ਵਾਲਾ ਹੋਣ ਵਾਲਾ ਹੈ। ਤੇ ਅਨਕਰੀਬ ਜਿਹੜਾ ਹਾਲ ਅਲਤਾਫ ਭਾਈ ਦਾ ਤੇ MQM ਦਾ ਹੋਇਆ ਸੀ ਉਹ ਇਮਰਾਨ ਖਾਨ ਦਾ ਹੋਣ ਵਾਲਾ ਹੈ। ਤੇ ਉਹਨਾਂ ਖਬਰ ਦਿੱਤੀ ਹੈ ਕਿ ਬਹੁਤ ਜਲਦ ਕੋਈ ਵੱਡੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਔਰ PTI ਦੇ ਬੜੇ ਜਯਦ ਕਿਸਮ ਦੇ ਰਹਿਨੁਮਾ ਲਾ ਤਲਕੀ ਦਾ ਇਜ਼ਹਾਰ ਕਰਨ ਜਾ ਰਹੇ ਨੇ। ਤੇ ਹੁਣ ਗੱਲ ਕਰਨੇ ਆ ਥੋੜੀ ਜਿਹੀ ਉਹ ਬਰੀਕ ਵਾਰਦਾਤ ਦੀ, ਤੇ ਫਿਰ ਮੈਂ ਸਾਨੀਆ ਮੁਰੀਦ ਕੇ ਕਿਰੇ ਕਿਰੇ ਗਲੇ ਦੀ ਹੱਡੀ ਇਹ ਆਹ ਤੇ ਗੱਲ ਕਰ ਲਵਾਂਗਾ। ਇੱਕ ਇਹ ਤੁਸੀਂ ਮਸਬਦਾ ਤੇ ਜ਼ਿਕਰ ਹੋ ਗਿਆ, ਲੇਕਿਨ ਅਸਲ ਬਰੀਕ ਵਾਰਦਾਤ ਭਾਈਜਾਨ ਇਹ ਜੇ ਕਿ ਜਿਹੜੇ ਨਾ ਪੀਪਲਸ ਪਾਰਟੀ ਦੇ ਫਰੂਕ ਐਚ ਨਾਇਕ, ਜਿਹੜੇ ਆਸਫ ਅਲੀ ਜ਼ਰਦਾਰੀ ਸਾਹਿਬ ਦੇ ਵਕੀਲ ਵੀ ਰਹੇ ਨੇ, ਸੈਨੇਟਰ ਨੇ, ਤੇ ਨੂਨ ਲੀਗ ਦੇ ਜਿਹੜੇ ਖਵਾਜਾ ਆਸਫ ਸਾਹਿਬ ਨੇ, ਇਹ ਉਹਨਾਂ ਦੇ ਭਾਈਜਾਨ ਰਿਸ਼ਤੇਦਾਰ ਵੀ ਨੇ, ਕਰੀਬੀ ਰਿਸ਼ਤੇਦਾਰ ਨੇ। ਕੋਈ ਸਾਲਾ ਭਨੋਜਾ ਵਾਲਾ ਇਹਨਾਂ ਦਾ ਕੋਈ ਚੱਕਰ ਹੈ, ਜੋ ਵੀ ਹੈ, ਲੇਕਿਨ ਰਿਸ਼ਤੇਦਾਰ ਨੇ। ਤੇ ਉਹ ਪੀਪਲਸ ਪਾਰਟੀ 'ਚ ਨੇ, ਉਹ ਨੂਨ ਲੀਗ 'ਚ ਨੇ। ਤੇ ਇਹ ਤਰਮੀਮ ਜਿਹੜੀ ਹੈ ਨਾ, ਇਹਨਾਂ ਨੇ ਇਹ ਪੇਸ਼ ਕੀਤੀ ਹੈ ਕਿ
ਵਜ਼ੀਰ ਆਜ਼ਮ ਨੂੰ ਵੀ ਫੌਜਦਾਰੀ ਮੁਕੱਦਮਿਆਂ ਤੋਂ ਇਸਤਸਨਾ ਹਾਸਿਲ ਹੋਏਗਾ ਤੇ ਮੁਸ਼ਤਰਕਾ ਕਾਇਮਾ ਕਮੇਟੀ ਦੇ ਇਜਲਾਸ ਦੇ ਵਿੱਚ ਇਹਨਾਂ ਨੇ ਤਰਮੀਮ ਪੇਸ਼ ਕੀਤੀ ਹੈ ਕਿ ਜਿਹੜਾ ਕੋਈ ਵੀ ਵਜ਼ੀਰ ਆਜ਼ਮ ਹੋਏਗਾ, ਜਿਸ ਤਰ੍ਹਾਂ ਸਦਰ ਮੁਮਲਿਕਤ ਨੂੰ ਫੌਜਦਾਰੀ ਮੁਕੱਦਮਾਤ ਤੋਂ ਇਸਤਸਨਾ ਹਾਸਲ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ, ਉਹਨਾਂ ਦੇ ਕਿਸੇ ਫੇਲ ਦੀ, ਕਿਸੇ ਅਮਲ ਦੀ, ਕਿਸੇ ਐਕਟ ਦੀ। ਇਸੇ ਤਰ੍ਹਾਂ ਤਜਵੀਜ਼ ਦਿੱਤੀ ਗਈ ਹੈ ਕਾਇਮਾ ਕਮੇਟੀ ਦੇ ਮੁਸ਼ਤਰਕਾ ਇਜਲਾਸ ਦੇ ਵਿੱਚ ਕਿ ਵਜ਼ੀਰ ਆਜ਼ਮ ਵੀ ਜਿਹੜਾ ਇਸ ਤੋਂ ਬੜੀ ਜ਼ਿੰਮਾ ਹੋਏਗਾ, ਫੌਜਦਾਰੀ ਮੁਕੱਦਮਾਤ ਤੋਂ ਉਹਨਾਂ ਨੂੰ ਹੋਏਗਾ ਇਸਤਸਨਾ ਹਾਸਿਲ ਤੇ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾਏਗੀ। ਇਹ ਜੇ ਅਸਲ ਵਿੱਚ ਬਰੀਕ ਵਾਰਦਾਤ। ਤੇ ਫਿਰ ਇਹਦੇ ਵਿੱਚ ਹੋਰ ਵੀ ਤਜਵੀਜ਼ ਹੈ, ਉਹ ਸੁਣ ਕੇ ਤੁਹਾਡੇ ਕੰਨਾਂ 'ਚ ਧੂਆਂ ਨਿਕਲ ਜਾਏਗਾ। ਉਹ ਤਜਵੀਜ਼ ਕੀ ਹੈ? ਉਹ ਤਜਵੀਜ਼ ਹੈ ਵੀ ਕਿ ਵਜ਼ੀਰ ਆਜ਼ਮ ਤੇ ਵਜ਼ਰਾ ਉਹਨਾਂ ਦੇ ਮਸ਼ੀਰਾਂ ਦੀ ਤਦਾਦ ਦੇ ਵਿੱਚ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਔਰ ਉਹ ਪਹਿਲੇ ਤਾਂ ਇਹ ਸੀ ਨਾ, ਤੁਸੀਂ 3 ਜਾਂ 4 ਮਸ਼ੀਰ ਰੱਖ ਸਕਦੇ ਹੋ, ਉਹਨਾਂ ਦੀ ਤਦਾਦ 'ਚ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਯਾਨੀ ਅੰਨਾ ਵੰਡੇ ਰਿਹੋੜੀਆਂ ਪਹੁੰਚੋ ਕਿ ਆਪਣੀਆਂ ਨੂੰ, ਕਿ ਇਹ ਆਪਣੀ ਹੀ ਫੌਜ ਭਰਤੀ ਕਰਨਗੇ, ਉਹਨਾਂ ਦੀ ਮੌਜ ਮਸਤੀ ਕਰਵਾਉਣਗੇ, ਉਹਨਾਂ ਨੂੰ ਨਵਾਜ਼ਣ ਦੇ ਨਵੇਂ ਤਰੀਕੇ ਇਜਾਦ ਕਰਨਗੇ। ਇਹ ਨੇ ਅਸਲ 'ਚ ਬਰੀਕ ਵਾਰਦਾਤਾਂ। ਤੇ ਮੁੱਦਾ ਕੀ ਕਰ ਦਿੱਤਾ ਗਿਆ? NFC ਵਾਰਡ। ਮੁੱਦਾ ਕੀ ਕਰ ਦਿੱਤਾ ਗਿਆ? ਫੀਲਡ ਮਾਰਸ਼ਲ ਦੀ ਤਾਹਯਾਤ ਐਕਸਟੈਂਸ਼ਨ ਤੇ ਉਹਨਾਂ ਦੀ ਤਾਕਤ। ਅਸਲ ਤੇ ਬਰੀਕ ਵਾਰਦਾਤਾਂ ਇਹ ਨੇ ਜਿਹੜੇ ਸਾਡੇ ਅਵਾਮੀ ਨੁਮਾਇੰਦੇ ਅੰਦਰ ਖਾਤੇ ਕਰਦੇ ਨੇ ਕਿ ਹੁਣ ਵਜ਼ੀਰ ਆਜ਼ਮ ਨੂੰ ਵੀ ਇਸਤਸਨਾ ਹੋਏਗਾ, ਯਾਨੀ ਜੋ ਮਰਜ਼ੀ ਕਰੋ। ਹੁਣ ਇਮਰਾਨ ਖਾਨ ਸਾਹਿਬ ਨੂੰ ਤੁਸੀਂ ਵੇਖੋ ਨਾ, ਕਿ ਇਮਰਾਨ ਖਾਨ ਸਾਹਿਬ ਨੇ ਵੀ ਤੇ ਆਪਣੇ ਇਖਤਿਆਰਾਤ ਦਾ ਨਜਾਇਜ਼ ਇਸਤੇਮਾਲ ਕੀਤਾ ਸੀ ਤੇ ਨਵਾਜ਼ ਸ਼ਰੀਫ ਨੇ ਪੁੱਤਰ ਕੋਲ ਤਨਖਾਹ ਨਹੀਂ ਸੀ ਲਈ ਤੇ ਦੋਵੇਂ ਨਾਅਹਿਲ, ਇੱਕ ਜੇਲ੍ਹ 'ਚ, ਹੁਣ ਇੱਕ ਦੁਬਾਰਾ ਕੌਮੀ ਅਸੈਂਬਲੀ ਦੇ ਰੁਕਨ ਨੇ। ਤੇ ਇਹ ਕੀ ਹੈ? ਇਹ ਪਹੁੰਚੋ ਕੇ ਉਹੀ ਕੰਮ ਕਰ ਰਹੇ ਨੇ ਤੇ ਫਿਰ ਗਿਲਾ ਸ਼ਿਕਵਾ ਇਹ ਕਰਨਗੇ ਜੀ ਕਿ ਦੇਖਿਆ ਜੀ ਸਿਆਸਤਦਾਨों को ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਸਿਆਸਤਦਾਨਾਂ ਦੇ ਨਾਲ ਇਹ ਕੀਤੀ ਜਾਂਦੀ ਹੈ। ਤੇ ਨਾਲ ਇਹ ਜਿਹੜੇ ਬਿਊਰੋਕਰੇਟ ਨੇ, ਸਰਕਾਰੀ ਅਫਸਰਾਨ ਨੇ, ਇਹਨਾਂ ਦੀ ਜਿਹੜੀ ਦੋਹਰੀ ਸ਼ੋਹਰੀਅਤ ਹੈ, ਇਹਦੇ ਤੇ ਗੱਲ ਕਰੋ ਨਾ। ਇਹ ਆਵਾਮ ਤੁਹਾਡੇ ਕੋਲ ਖੁਸ਼ ਹੋਏਗੀ ਕਿ ਯਾਰ ਜਿਹੜਾ ਇਸ ਮੁਲਕ ਦਾ ਵਫਾਦਾਰ ਨਹੀਂ, ਉਹ ਕਿਸੇ ਅਹੁਦੇ ਤੇ ਵੀ ਕਿਉਂ ਬਵੇ, ਉਹਨਾਂ ਦਾ ਕਾਰੋਬਾਰ ਇੱਥੇ ਹੋਣਾ ਚਾਹੀਦਾ। ਇਸ ਦੀ ਹੱਦ ਤੱਕ ਤੇ ਇਮਰਾਨ ਖਾਨ ਦਾ ਮੌਕਫ ਅਸੀਂ ਕਹਿੰਦੇ ਹਾਂ ਕਿ ਦੂਸਰੀ, ਲੇਕਿਨ ਉਹਨੇ ਵੀ ਆਪਣੇ ਦੌਰੇ ਹਕੂਮਤ 'ਚ ਕੀਤਾ ਕੁਝ ਨਹੀਂ। ਤੇ ਇਹ ਜਿਹੜੀ ਮੈਂ ਬਰੀਕ ਵਾਰਦਾਤ ਦਾ ਜ਼ਿਕਰ ਕੀਤਾ ਨਾ, ਇਹਦੇ ਵੱਲ ਤੁਸੀਂ ਹੁਣ ਜ਼ਰਾ ਤਵੱਜੋ ਦੇਣੀ ਹੈ ਕਿ ਅਸਲ ਜਿਹੜਾ ਹੈ ਕੀ ਕਾਰਵਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਤੇ ਸਾਨੀਆ ਮੁਰੀਦ ਕੇ ਕਿਰੇ ਗਲੇ ਦੀ ਹੱਡੀ, ਇਹ ਹੁਣ ਜਿਹੜੀਆਂ ਤਰਮੀਮਾਂ ਹੋ ਰਹੀਆਂ ਨੇ, ਚੀਜ਼ਾਂ ਹੋ ਰਹੀਆਂ ਨੇ, ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜੋ ਮੁਲਵਸ ਹੋਏਗਾ, ਫਿਰ ਉਹਨਾਂ ਨੂੰ ਇਸਤਸਨਾ ਜਾਂ ਉਹ ਜਿਹੜੇ ਅਫਸਰਾਨ ਨੇ, ਕਿਸੇ ਦੀ ਅਗਰ ਨਾਅਹਿਲੀ ਸਾਬਤ ਹੁੰਦੀ ਹੈ ਤੇ ਕੋਈ ਪੁੱਛ ਪੜੀਤ ਨਹੀਂ ਹੋਏਗੀ। ਲੇਕਿਨ ਇਹ ਹੱਡੀ ਹੈ, ਇਹ ਹੱਡੀ ਬਣਨੀ ਹੈ। ਪਤਾ ਨਹੀਂ ਕਿਹੜੀ ਹੱਡੀ ਬਣੇਗੀ, ਜਿਹਦੀ ਹੱਡੀ ਬਣੇਗੀ ਉਹਦੇ ਵਿੱਚ ਕੁਝ ਉਲਮਾ ਵੀ ਆਉਣਗੇ, ਉਹਦੇ ਵਿੱਚ ਕੁਝ ਅਫਸਰਾਨ ਵੀ ਆਉਣਗੇ, ਉਹਦੇ ਵਿੱਚ ਹੁਣ ਅਸੀਂ ਤੇ ਇਹ ਦੁਆ ਕਰਨੇ ਹਾਂ ਕਿ ਮਾਸੂਮ ਕਾਰਕੁਨਾਨ ਨਾ ਵਿਚਾਰੇ ਰਗੜੇ ਜਾਣ। ਤੇ ਇਹ ਸਾਨਿਆ ਜਿਹੜਾ ਹੈ ਇਹ ਪਿੱਛਾ ਨਹੀਂ ਜੇ ਛੱਡਦਾ, ਇਹਨੇ ਸਾਈ ਦੀ ਤਰ੍ਹਾਂ ਪਿੱਛਿਆਂ ਕਰਦਾ ਰਹਿਣਾ ਤੇ ਇਹ ਸਵਾਲ ਉੱਠਦੇ ਰਹਿਣੇ ਨੇ। ਸਿਰਫ ਕਿਸੇ ਇਸ਼ੂ ਨੂੰ ਤੁਸੀਂ ਇੱਕ ਐਂਗਲ ਨਾਲ ਨਾ ਸੋਚੋ, ਇਹਦੇ ਮਲਟੀਪਲ ਜਿਹੜੇ ਫੈਕਟ ਨੇ, ਅਸਰਾਤ ਹੋਣੇ ਨੇ ਤੇ ਜਿਹੜੀ ਫਿਊਚਰ ਦੀ ਤਸਵੀਰ ਬਣਨੀ ਹੈ ਉਹਨੂੰ ਵੇਖਿਆ ਕਰੋ। ਤੇ ਇਹ ਜਿਹੜੀ ਤਰਮੀਮ ਦੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਕਿ ਬਰੀਕ ਵਾਰਦਾਤਾਂ ਅਸਲ ਵਿੱਚ ਕੀ ਨੇ ਤੇ ਬਿਆਨੀਆਂ ਕੀ ਬਣਾਇਆ ਗਿਆ, ਉਹ ਚਾਹੇ ਉਹ ਯੂਟਿਊਬਰਸ ਨੂੰ ਤੁਸੀਂ ਦੇਖ ਲਓ ਨਾ, ਉਹ ਇੱਕ ਪਾਸੇ ਲੱਗੇ ਹੋਏ ਸਨ, ਨਹੀਂ ਜਨਾਬ, ਕਿਉਂਕਿ ਉਹਨਾਂ ਨੂੰ ਪਤਾ ਕੱਲ ਨੂੰ ਜੇ ਸਾਡੀ ਜਮਾਤ ਹਕੂਮਤ ਵਿੱਚ ਆ ਜਾਂਦੀ ਹੈ ਜਾਂ ਅਸੀਂ ਲੋਕ ਆ ਜਾਂਦੇ ਹਾਂ ਤੇ ਸਾਨੂੰ ਵੀ ਤੇ ਇਹ ਲਗਜ਼ਰੀਜ਼ ਹੋਣੀ ਆ, ਸਾਨੂੰ ਵੀ ਤੇ ਇਸਤਸਨਾ ਹੋਏਗਾ, ਅਸੀਂ ਵੀ ਤੇ ਜੋ ਮਰਜ਼ੀ ਮਨਮਾਨੀ ਕਰਦੇ ਫਿਰਾਂਗੇ। ਤੇ ਵੈਸੇ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਕਾਨੂੰਨ ਬਣਦਾ ਹੈ, ਜਿਹੜੀ ਹਕੂਮਤ ਬਣਾਉਂਦੀ ਹੈ, ਉਹ ਤੇ ਫਾਇਦਾ ਨਹੀਂ ਚੁੱਕ ਸਕਦੀ, ਲੇਕਿਨ ਉਹ ਰਗੜੇ 'ਚ ਜ਼ਰੂਰ ਆ ਜਾਂਦੀ ਹੈ। ਤਾਰੀਖ ਤੇ ਇਹ ਦੱਸਦੀ ਹੈ, ਹੁਣ ਵੇਖੋ ਕਿ ਤਾਰੀਖ ਕਿਸ ਤਰ੍ਹਾਂ ਲਿਖੀ ਜਾਏਗੀ। ਤੇ ਜਿਹੜਾ ਮੈਂ ਵਾਕਿਆ ਤੁਹਾਨੂੰ ਸ਼ੁਰੂ ਵਿੱਚ ਸੁਣਾਇਆ ਹੈ ਕਿ ਇਹ ਜਿਹੜੀਆਂ ਫਤੂਆਤ ਨੇ, ਸ਼ਖਸੀਆਤ ਤੇ ਮਦਦ ਅੱਲਾਹ ਤਾਲਾ ਦੀ, ਤੇ ਸੂਰਾ ਅਨਫਾਲ ਦਾ ਤੁਸੀਂ ਵੀ ਤਰਜਮਾ ਪੜ੍ਹੋ, ਆਪਣੇ ਬੱਚਿਆਂ ਨੂੰ ਵੀ ਪੜ੍ਹਾਓ ਤੇ ਸੁਣਨ ਵਾਲਿਆਂ ਨੂੰ ਵੀ ਦੱਸਿਆ ਕਰੋ। ਤੇ ਮਿਸਾਲਾਂ ਜਿਹੜੀਆਂ ਨੇ ਉਹ ਸਹੀ ਜਗ੍ਹਾ ਸਹੀ ਟਾਈਮ ਤੇ ਜਿਹੜਾ ਨਾ ਪੁੱਟ ਕਰਿਆ ਕਰੋ। ਐਵੇਂ ਨਹੀਂ ਮੂੰਹ ਚੁੱਕ ਕੇ ਜੋ ਆਇਆ ਜਿੰਨੇ ਕੋਈ ਸ਼ੇਅਰ ਕੀਤਾ ਉਸ ਤਰ੍ਹਾਂ ਕਰਨਾ ਸ਼ੁਰੂ ਕਰ ਦਿਓ। ਇਹ ਜਿਹੜਾ ਪ੍ਰੋਪੇਗੈਂਡਾ ਹੈ ਤੇ ਲਾ ਇਲਮੀ ਹੈ, ਗੁੰਮਰਾਹੀ ਹੈ, ਗਲਤ ਮਾਲੂਮਾਤ ਹੈ, ਇਹਦੇ ਤੋਂ ਬਚੋ। ਅਗਰ ਤੁਸੀਂ ਸਮਝਦੇ ਹੋ ਤੁਹਾਡੇ ਕੋਲ ਜੈਨੂਅਨ ਮਸਾਇਲ ਨੇ, ਤਾਂ ਜੈਨੂਅਨ ਮਸਾਇਲ ਵਾਲੇ ਬੰਦਿਆਂ ਨੂੰ ਸੁਣਿਆ ਕਰੋ। ਇਹ ਪ੍ਰੋਪੇਗੈਂਡਾ ਫੈਕਟਰੀਆਂ ਨੂੰ ਸੁਣਨਾ ਛੱਡ ਦੇਵੋ ਤੇ ਪੜ੍ਹਨਾ ਵੀ ਨਾ
ਇਹਨਾਂ ਨੂੰ ਸ਼ੁਰੂ ਕਰ ਦਿਆ ਕਰੋ, ਉਹਨਾਂ ਇਹਨਾਂ ਨੂੰ ਇੰਨਾ ਸ਼ੇਅਰ ਕੀਤਾ ਕਰੋ। ਮੈਂ ਤੇ ਇੰਨਾ ਹੀ ਇਲਤਮਾਸ ਤੁਹਾਡੇ ਅੱਗੇ ਕਰਾਂਗਾ ਤੇ ਆਪਣਾ ਫੀਡਬੈਕ ਦਿਓ ਤੇ ਦੱਸਿਓ ਕਿ ਪੰਜਾਬੀ ਦਾ ਲਹਿਜਾ ਤੇ ਵੀਲਾਗ ਤੁਹਾਨੂੰ ਕੈਸਾ ਲੱਗਿਆ ਤੇ ਫਿਰ ਅੱਗੋਂ ਵੀ ਕੋਸ਼ਿਸ਼ ਕਰਾਂਗੇ ਕਿ 1-2 ਵੀਲਾਗ ਰੋਜ਼ਾਨਾ ਦੀ ਬੁਨਿਆਦ ਤੇ ਪੰਜਾਬੀ ਜ਼ੁਬਾਨ ਵਿੱਚ ਵੀ ਕਰਦੇ ਰਹੀਏ। ਅੱਲਾ ਹਾਫਿਜ਼।